आपको कम से कम 50-60 की तो एवरेज है इसकी कि मस्त लगते हैं। आप 50,000 से लेके यानी कि इसके अखराजात निकाल के 50,000 से लेके 1 लाख तक की अमाउंट कमा सकते हैं। नाज़रीन, आज जो है हम आपको पपीते के बाग के अंदर लेके आए हैं। पपीता जो है ये बहुत कम देखने को आपको मिलता है मार्केट के अंदर। इसकी अच्छी खासी जो है प्राइस भी है। इसका कारोबार बहुत ही मुफीद है और इसके हवाले से कारोबार कैसे किया जाता है, क्या क्या मुश्किलात पेश आती हैं, जानते हैं इन भाई से। ਇਹਦੇ ਵਿੱਚ ਹੀ ਭਾਈਆਂ ਨਾਲ ਗੱਲ ਕਰਾਂਗਾ ਤਾਂ ਕਿ ਅੱਛੇ ਤਰੀਕੇ ਦੇ ਨਾਲ ਮੈਨੂੰ ਸੁਣ ਵੀ ਸਕਣ, ਸਮਝ ਵੀ ਸਕਣ ਤੇ ਆਪਣੀ ਜਿਹੜੀ ਗੱਲ ਹੈ ਉਹ ਵੀ ਮੈਨੂੰ ਸਮਝਾ ਸਕਣ। ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ। रियाज, यानी कि पपीता जेड़ा है ਇਹਦਾ ਕਾਰੋਬਾਰ अच्छा है, ਇਹਦਾ ਕੋਈ प्रॉफिट है ਇਹਦੇ ਚ? ਹਾਂਜੀ, ਬੜੀ प्रॉफिट है। ठीक है। और अगर कोई आम बंदा ਜਿਹੜਾ ਇਹਨੂੰ ਕਰਨਾ ਚਾਹਵੇ ਤੇ ਘੱਟੋ ਘੱਟ ਕਿੰਨੀ ਜ਼ਮੀਨ ਹੋਣੀ ਚਾਹੀਦੀ ਇਹਦੇ ਵਿੱਚ? ਚਲੋ ਕੋਈ ਕਿੱਲਾ ਤੇ ਹੋਣਾ ਚਾਹੀਦਾ ਲਾਜ਼ਮੀ। ਸਟਾਰਟਿੰਗ ਤੋਂ ਜਿਹੜਾ ਇਹਦੀ ਪਨੀਰੀ ਲਾਈ ਜਾਂਦੀ ਹੈ ਜਾਂ ਛੋਟੇ ਛੋਟੇ ਪੌਦੇ ਲਗਾਏ ਜਾਂਦੇ ਨੇ? ਇਹਦੀ ਪਨੀਰੀ ਅਗਾਈ ਜਾਂਦੀ ਹੈ, ਫਿਰ ਇਹਨੂੰ ਯਾਨੀ ਕਿ ਬੀਜ ਜਿਹੜਾ ਬੋਇਆ ਜਾਂਦਾ, ਬੀਜ ਬੋਇਆ ਜਾਂਦਾ ਹੈ, ਫਿਰ ਇਹਦੀ ਪਨੀਰੀ ਲੱਗਦੀ। ਇਹਦੀ ਕੋਈ ਖਾਸ ਨਸਲ ਜਾਂ ਇਹਦੀ ਕੋਈ ਹੈ ਕੋਈ ਖਾਸ ਕਿਸਮ ਦਾ ਜਿਹੜਾ ਅੱਛਾ ਹੁੰਦਾ ਹੈ, ਇਹਦੀ ਮਿਠਾਸ ਜ਼ਿਆਦਾ ਹੁੰਦੀ ਹੈ, ਇਹਦਾ ਕੋਈ ਖਾਸ ਕਿਸਮ ਦਾ ਨਸਲੀ ਬੀਜ? ਇੱਧਰ ਪਰ ਉਹ ਲੰਮਾ ਤੇ ਇਹ ਗੋਲ ਹੈ ਤੇ ਪਰ ਇਹ ਵੀ ਬੜਾ ਮਿੱਠਾ ਤੇ ਉਹ ਵੀ ਬੜਾ ਮਿੱਠਾ। ਠੀਕ ਹੈ। ਯਾਨੀ ਕਿ ਇਹਦੇ ਵਿੱਚ ਦੋ ਹੀ ਹੁੰਦੇ ਨੇ, ਇੱਕ ਲੰਬੇ ਹੁੰਦੇ ਨੇ ਤੇ ਇੱਕ ਗੋਲ ਹੁੰਦੇ ਨੇ। ਹਾਂਜੀ ਹਾਂਜੀ। ਠੀਕ ਹੈ। ਤੇ ਇਹਦਾ ਕੋਈ ਨਾਮ ਯਾਨੀ ਕਿ ਇਹਨੂੰ ਬਸ ਲੰਬੇ ਗੋਲ ਹੀ ਕਹਿੰਦੇ ਨੇ? ਹਾਂਜੀ, ਬਸ ਇਹੀ ਨਾਮ ਇਹਨਾਂ ਦਾ। ਤੇ ਇਹ ਅਗਰ ਕਿਸੇ ਨੇ ਖਰੀਦਣਾ ਹੋਵੇ ਬੀਜ ਤੇ ਕਿੱਥੋਂ ਮਿਲੇਗਾ? ਬੀਜ ਤਾਂ ਹਾਂ ਬੜੀ ਦੂਰੋਂ ਮੰਗਵਾਇਆ ਸੀ। ਇਹ ਕਾਫੀ ਛੋਟਾ ਹੁੰਦਾ ਹੈ? ਹਾਂਜੀ, ਬਰੀਕ ਬਰੀਕ ਹੁੰਦਾ, ਫਿਰ ਘਰ ਹੀ ਆਇਆ ਸੀ ਪਿਛਲੀ ਵਾਰੀ ਤੇ। ਠੀਕ ਹੈ। ਯਾਨੀ ਕਿ ਉਹ weight ਦੇ ਹਿਸਾਬ ਨਾਲ ਇਹ ਗ੍ਰਾਮਾਂ ਦੇ ਵਿੱਚ ਮਿਲਦਾ ਹੈ? ਹਾਂਜੀ ਹਾਂਜੀ। 25,000 ਦਾ। ਠੀਕ ਹੈ। ਤੇ ਤੁਸੀਂ ਕਿਹੜੀ ਜਗ੍ਹਾ ਤੋਂ ਇੰਪੋਰਟ ਕੀਤਾ, ਯਾਨੀ ਕਿ ਪਾਕਿਸਤਾਨ ਚੋਂ ਮਿਲ ਗਿਆ ਇਹ ਮੁਸ਼ਕਿਲ ਪੇਸ਼ ਆਈ ਜਾਂ ਬਾਹਰੋਂ ਮੰਗਵਾਇਆ ਜੀ? ਠੀਕ ਹੈ। ਯਾਨੀ ਪਾਕਿਸਤਾਨ ਦੇ ਵਿੱਚੋਂ ਤੁਸੀਂ ਇੰਪੋਰਟ ਕਰ ਸਕਦੇ ਹੋ? ਠੀਕ ਹੈ। ਅੱਛਾ, ਅਗਰ ਤੁਸੀਂ 1 ਏਕੜ ਰਕਬੇ ਦਾ, ਜਿਸ ਤਰ੍ਹਾਂ ਕਿ ਹੁਣ ਤੁਸੀਂ ਤਕਰੀਬਨ ਇਸ ਟਾਈਮ ਜਿਹੜਾ ਹੈ ਤੁਸੀਂ ਲਗਾਇਆ ਵੇ 5 ਕਨਾਲਾਂ ਦੇ ਉੱਤੇ ਲਗਾਇਆ, ਠੀਕ ਹੈ, ਤੁਸੀਂ ਦੱਸ ਸਕਦੇ ਹੋ ਕਿ 1 ਏਕੜ ਜਾਂ 1 ਕਨਾਲ ਦੇ ਰਕਬੇ ਦੇ ਵਿੱਚ ਅਗਰ ਲੱਗਿਆ ਹੋਵੇ ਤੇ ਕਿੱਥੋਂ ਤੱਕ ਜਿਹੜਾ ਹੈ ਤੁਸੀਂ ਇਹਦੇ ਕੋਲੋਂ ਪ੍ਰੋਡਕਸ਼ਨ ਲੈ ਸਕਦੇ ਹੋ, ਯਾਨੀ ਕਿੰਨਾ ਕੁ ਤਿਆਰ ਹੋ ਜਾਂਦਾ 1 ਕਨਾਲ ਦੇ ਰਕਬੇ 'ਚ? ਕਨਾਲ 'ਚ ਵੀ ਬਥੇਰੇ ਬੂਟੇ ਹੋ ਜਾਂਦੇ ਨੇ ਤਿਆਰ। ਆ ਵੇਖੋ, 1 ਕਿੱਲੇ 'ਚ ਘੱਟੋ ਘੱਟ ਕਿੰਨੇ ਬੂਟੇ ਲੱਗ ਜਾਂਦੇ ਨੇ? ਕਿੱਲੇ 'ਚ ਤਾਂ ਮੇਰਾ ਖਿਆਲ 100 ਲੱਗ ਹੀ ਜਾਂਦਾ ਹੈਗਾ, 100 ਤੋਂ ਵੱਧ ਹੀ। ਠੀਕ ਹੈ। ਯਾਨੀ ਕਿ 1 ਕਿੱਲੇ ਦੇ ਵਿੱਚ ਤੁਸੀਂ 100 ਤੋਂ 150 ਤੱਕ ਬੂਟਾ ਲਾ ਸਕਦੇ ਹੋ? ਹਾਂਜੀ ਹਾਂਜੀ। ਠੀਕ। ਕਿਹੜੇ ਮੌਸਮ ਦੇ ਵਿੱਚ ਇਹਨੂੰ ਬੀਜਣਾ ਮੌਜੂ ਰਹਿੰਦਾ? ਹੁਣ ਤੱਕ ਤਾਂ ਪਤਾ ਲੱਗ ਹੁੰਦਾ। ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਜਿਹੜਾ ਨਾ ਇਹਨੂੰ ਬੀਜ ਸਕਦੇ ਹੋ, ਬਹਾਰ ਦੇ ਮੌਸਮ ਦੇ ਵਿੱਚ। ਹਾਂਜੀ ਹਾਂਜੀ। ਜਿਸ ਤਰ੍ਹਾਂ ਆਮ ਪੌਦੇ ਦੀ ਲਗਾਈ ਹੁੰਦੀ ਹੈ। ਇੱਕ ਬੀਜ ਜਦੋਂ ਲਗਾ ਦਿੱਤਾ ਜਾਂਦਾ ਹੈ ਤੇ ਕਿੰਨੀ ਕੁ ਦੇਰ ਤੱਕ ਉਹ ਰੈਡੀ ਹੋ ਜਾਂਦਾ ਫਲ ਦੇਣ ਵਾਸਤੇ? ਮਹੀਨੇ ਬੀਜਿਆ ਰਹਿੰਦਾ, ਫਿਰ ਉਹ ਪੌਦੇ ਉੱਗਦੇ ਨਿੱਕੇ ਨਿੱਕੇ, ਫਿਰ ਉਹ ਲਿਆ ਕੇ ਇੱਥੇ ਲਾਏ ਹਨ ਪਿਛਲੀ ਵਾਰੀ। ਠੀਕ ਹੈ। ਯਾਨੀ ਸਭ ਤੋਂ ਪਹਿਲੇ ਤੁਸੀਂ ਉਹਦੀ ਪਨੀਰੀ ਤਿਆਰ ਕਰਨੀ ਹੈ, ਫਿਰ ਉੱਥੋਂ ਚੁੱਕ ਕੇ ਤੇ ਤੁਸੀਂ ਜਿਹੜਾ ਦੁਬਾਰਾ ਉਸ ਜਗ੍ਹਾ ਤੇ ਮੁੰਤਕਿਲ ਕਰਨਾ। ਯਾਨੀ ਕਿ ਇਹ ਬੀਜ ਲਾਉਣ ਤੋਂ ਲੈ ਕੇ ਤੇ ਐਂਡ ਫਲ ਦੇਣ ਤੱਕ ਕਿੰਨਾ ਕੁ ਅਰਸਾ ਦਰਕਾਰ ਹੁੰਦਾ? ਫਲ ਤੇ ਆ ਮੇਰਾ ਖਿਆਲ 10-12 ਮਹੀਨਿਆਂ 'ਚ ਲੱਗਣ ਡਿਆ ਪਿਆ। ਸਾਲ ਦਾ ਬੂਟਾ ਸਾਲ ਤੋਂ ਪਹਿਲਾਂ ਹੀ ਲੱਗਣ ਡਿਆ ਪਿਆ ਇਹਨੂੰ। ਠੀਕ ਹੈ। ਯਾਨੀ ਕਿ 1 ਸਾਲ ਘੱਟੋ ਘੱਟ ਜਿਹੜਾ 1 ਸਾਲ ਮਸ ਚਾਹੀਦਾ ਇਹਨੂੰ। ਹਾਂਜੀ। 1 ਸਾਲ ਦੇ ਅੰਦਰ ਫਲ ਦੇਣਾ ਸ਼ੁਰੂ ਕਰ 5 ਸਾਲ ਫਿਰ ਫਲ ਦਿੰਦਾ ਹੈ। ਯਾਨੀ ਕਿ ਇਹ 1 ਸਾਲ ਦੇ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦਾ ਤੇ 5 ਸਾਲ ਤੱਕ ਫਲ ਦਿੰਦਾ ਰਹਿੰਦਾ? ਹਾਂਜੀ, ਦਿੰਦਾ ਰਹਿੰਦਾ। ਤਰੋੜੀ ਆ ਉੱਤੇ ਲੱਗਦੇ ਰਹਿੰਦੇ ਨੇ। ਤੇ ਇਹ ਜਿਹੜਾ ਤੁਸੀਂ ਤਰੋੜਦੇ ਹੋ ਇਹ ਇੱਕ ਖਾਸ ਮੌਸਮ ਦੇ ਵਿੱਚ ਹੀ ਲੱਗਦਾ ਜਾਂ ਕਿ 12 ਮਹੀਨੇ ਹੀ ਟੁੱਟਦਾ ਰਹਿੰਦਾ? ਇਹ ਟੁੱਟਦਾ ਰਹਿੰਦਾ ਤੇ ਹੁਣ 2 ਮਹੀਨੇ ਠੰਡ है ना। तो जी व्यूज, जैसा कि अभी आप सुन रहे हैं कि ये ऐसा नहीं है कि एक सीजन एक दफा आपने तोड़ दिया है तो ये खत्म हो गया, ऐसा बिल्कुल नहीं है। ये पूरे 12 माह आप जब तक आप यहाँ पे इसकी तोड़वाई करते रहेंगे, उतारते रहेंगे, ये साथ साथ जो है ना खुद ब खुद जनरेट होता जाता है। अच्छा, 5 साल तक ये फल देगा। अच्छा, 5 साल के बाद जो है इसे खत्म कर देते हैं? खत्म कर देंगे। और तो ਜਿਹੜਾ ਹੈ ਜੋ ਤੁਸੀਂ ਬੀਜ ਲਾਉਂਦੇ ਹੋ ਉਹਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਪਨੀਰੀ ਤੱਕ ਪਹੁੰਚਣ ਤੱਕ? ਯਾਨੀ 2 ਤੋਂ 3 ਮਾਹ ਦੇ ਅੰਦਰ ਪਨੀਰੀ ਰੈਡੀ ਹੁੰਦੀ ਹੈ। ਕਿੰਨੇ ਇੰਚ ਦਾ ਪੌਦਾ ਹੋਵੇ ਤੇ ਤੁਸੀਂ ਉਹਨੂੰ ਜਿਹੜਾ ਬਾਗ ਦੇ ਵਿੱਚ ਲਗਾਉਣ ਦੇ ਵਾਸਤੇ? ਠੀਕ ਹੈ। ਯਾਨੀ ਕਿ ਤਕਰੀਬਨ 8 ਇੰਚ ਤੱਕ 1 ਫੁੱਟ 8 ਇੰਚ ਤੱਕ ਜਿਹੜਾ ਨਾ ਤੁਸੀਂ ਜਦ ਹੋ ਜਾਵੇ ਤਾਂ ਉਹਨੂੰ ਤੁਸੀਂ ਮੁੰਤਕਿਲ ਕਰ ਦਿਓ ਮੌਜੂਦਾ ਜ਼ਮੀਨ ਤੇ ਜਿੱਥੇ ਤੁਸੀਂ ਬਾਗਬਾਨੀ ਕਰਨੀ। ਥੜੇ ਬਣਨੇ ਪੈਂਦੇ ਨੇ, ਆ ਜਿਹੜੇ ਥੜੇ ਨਹੀਂ ਮਿੱਟੀ ਚਾੜਨੀ। ਠੀਕ। ਖੈਲੀ ਟਾਈਪ ਜਿਹੜੀ ਮਿੱਟੀ ਚਾੜਦੀ ਉਹ ਮਸ਼ੀਨ ਹੀ। ਠੀਕ। ਅੱਛਾ, ਉਹਦੇ ਦੌਰਾਨ ਜਦੋਂ ਪਨੀਰੀ ਰੈਡੀ ਹੋ ਰਹੀ ਹੁੰਦੀ ਤਾਂ ਉਹਨੂੰ ਉਹ 3 ਮਹੀਨੇ ਦੇ ਦੌਰਾਨ ਕਿੰਨੇ ਵਕਫੇ ਦੇ ਨਾਲ ਪਾਣੀ ਦਿੱਤਾ ਜਾਂਦਾ ਹੈ? ਉਹਦਾ ਕੀ ਤਰੀਕਾ ਹੈ? ਜੋ ਤਰੀਕਾ ਜਰਾ ਕੋ
पानी मंगे तो पानी दे दो, पता लग जाता पौधा पानी मंगन। ठीक है, यानी कि पानी दी नमी ਜਿਹੜੀ ਉਹਦੀ ਬਰਕਰਾਰ ਰਹਿਣੀ ਚਾਹੀਦੀ, ਅਮਲ ਖੁਸ਼ਕ ਵੀ ਨਾ ਹੋਵੇ ਤੇ ਜ਼ਿਆਦਾ ਪਾਣੀ ਰਵੇ ਵੀ ਨਾ ਇਹਦੇ ਵਿੱਚ। ਡੀਏਪੀ ਖਾਦ ਕਿੰਨੀ ਨਹੀਂ ਕਿੰਨੇ ਕ 5 ਬੋਰੀਆਂ ਪਹਾੜੀ, ਯਾਨੀ ਵਕਫਾ ਕਿੰਨਾ ਚਾਹੀਦਾ, ਯਾਨੀ ਕਿ ਹੁਣ ਪਾ ਦੇ ਆਈਏ ਕੋਈ ਹੁਣ ਪਾਈਏ ਕੋਈ ਮਹੀਨੇ ਬਾਅਦ ਫਿਰ ਬੰਦਾ ਪਾ ਦੇ। ਕਿਹੜੇ ਮੌਸਮ 'ਚ ਜ਼ਿਆਦਾ ਖਾਦ ਦੀ ਜ਼ਰੂਰਤ ਹੁੰਦੀ ਹੈ? ਅੱਗੋਂ ਹੁਣ ਜ਼ਰੂਰਤ ਹੀ ਇਹਨੂੰ ਜਦੋਂ ਬੀਜਣਾ, ਇਹਨੂੰ ਗਰਮੀਆਂ ਸਾਰੀਆਂ ਪਾਈ। ਗੋਡੀ ਛੋਟੀ ਦੀ ਜ਼रूरत ਹੁੰਦੀ है? कोई गोडी नहीं, अब मिट्टी चाड़नी बस। आपको नज़र आ रहा है, आप इसके हवाले से मैं मज़ीद आपको बता देता हूँ कि इसको जब आपने पनीरी को जो है एक मौजूदा जगह पे मुंतकिल करना है जहाँ पे बाग मौजूद होगा, तो वहाँ पे जाके इसकी सबसे मेन जो इसकी है निगहदाश्त वो ये है कि आपने इनके तनों के साथ जो है मिट्टी को नीचे नहीं होने देना, क्योंकि ये थोड़ा सा नाजुक होता है केला, और ये 2 दरख्त एक ऐसे हैं ये बहुत नाजुक होता है इनका तना। और इसके ज़रिए जो है फिर आप क्या कर सकते हैं कि इसके तनों के जो अराउंड है गिर्द जो है इसकी मिट्टी जो है अगर साइड पे होती है तो इसको बार बार आपने वक्फे से चेक करते रहना है, ताकि जो है ये इसका जो तना है वो नाजुक ना हो, हवाओं से जो है ये इसे कहीं नुकसान ना पहुंचे। ठीक है, क्योंकि तना जो है नाजुक होने की वजह से जो है ना नॉर्मल की हवा तेजी से आए तो ये गिर जाता है। ठीक है, अब इसके बाद इसकी प्रोडक्शन के ऊपर आते हैं कि ये जो इसका क्या प्रॉफिट रेशियो है, मंडी के अंदर इसकी डिमांड क्या है, और जो 15 तो 16 पेटियां निकलती हैं, तो उस हिसाब नाल तुसी इनकी मल्टीप्लाई कर लो। तरवाई करने के बाद दोबारा जो है ये कितने माह के अंदर रेडी हो जाता है? बाद आपने जब उसको उतार ली है तो वो 5 से 10 दिन के अंदर दोबारा रेडी हो जाता है। ठीक है, और ये सालहा 12 माह जो है आपको इसने फल देना है, इसका कोई सीजन ऐसा नहीं है कि भाई ये आपको जो है फल देना बंद कर देगा। और ये किलो के हिसाब से जो इसका रेट है 220 रुपए पर किलो जो है इसका रेट है। ठीक है, मार्केट के अंदर, तो ये एक अच्छा प्रॉफिटेबल बिजनेस है। जाए तो एक तने को कम से कम 50-60 की तो एवरेज है इसकी कि मस्त लगते हैं। ठीक है, तो तुड़वाई के दौरान जो एक पीस होता है जिसकी मिनिमम एवरेज जो है उसका जो वेट है वो 1.25 किलो मस्ट होता है, यानी आधा से 1.25 किलो उसकी एवरेज है, वो 1.5 किलो या 1.25 किलो तक भी हो सकता है। तो यहाँ से आप ओस निकाल सकते हैं कि अगर एक तने को 40 से 50 जो है वो लग रहे हैं, उसकी ओस जो है आधा किलो से लेके 1.25 किलो तक है, तो उसको आप मल्टीप्लाई करके देखें तो कम से कम भी जो है ये आप एक मंथ के अंदर एक एकड़ रकबे से अच्छा खासा प्रॉफिट अर्न कर सकते हैं। अगर इसकी फिगर के अंदर देखा जाए लगभग आइडिया, तो ये मिनिमम ये कम भी हो सकता है, ज़्यादा भी हो सकता है। तो इसके हवाले से मैं आपको थोड़ा सा बता देता हूँ इसकी फिगर भी। तो इसमें जो मंथली तो इसकी इनकम का जो ज़राए हैं वो प्रॉफिट के हवाले से वो ये है कि आप 50,000 से लेके, यानी कि इसके अखराजात निकाल के 50,000 से लेके 1 लाख तक की अमाउंट कमा सकते हैं। तो बहुत कम देखने को मिलते हैं। बागबानी का रुझान हमारे एरिया से जो है वो वैसे भी कम हो रहा है, तो हमें चाहिए कि बागबानी के हवाले से जो है वो आगाह किया जाए, ज़्यादा से ज़्यादा लोगों को बताया जाए, क्योंकि हमारे जो किसान हैं वो उनको सबसे ज़्यादा लीडरशिप की कमी है, जिसकी वजह से ऐसा नहीं है कि वो मेहनती नहीं है, मेहनती भी हैं, सारा कुछ है, मगर हुकूमत का सपोर्ट को लेके और कुछ उनको फाइनेंशियल जो है सपोर्ट और लीडरशिप के हवाले से लेके वो नाकामियों का सामना करना पड़ता है। तो हमें चाहिए कि ज़्यादा से ज़्यादा जहाँ तक हो सके इन भाइयों को जो है एक अच्छी तरीके से जो है मालूमात जहाँ तक हो सके इनको फराहम करें, ताकि ये पाकिस्तान का एक अच्छा जो है फेस जो है वो आपके सामने लेके आ सकें। तो इसी के साथ मुझे इजाज़त दीजिए, मिलते हैं नई वीडियो के अंदर नए कंटेंट के साथ, तब तक के लिए जी इसी के साथ जो है उमर मूसा को इजाज़त दीजिए। मिलते हैं नेक्स्ट वीडियो के अंदर एक नए और अच्छे कंटेंट के साथ, तब तक के लिए अल्लाह निगहबान।